ਗੁਰੂ ਸਵਾਰਿਓ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਪੁਰਖ ਪਰਮੇਸ਼ਵਰ ਨੇ ਫਿਰ ਸਬਬ ਬਣਾਇਆ ਹੈ ਕਿ ਅਸੀਂ ਸਾਰੇ ਇੱਕ ਵਾਰ ਫਿਰ ਗੁਰੂ ਕੀਆਂ ਬਾਤਾਂ ਕਰਨ ਵਾਸਤੇ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਦੇ ਮਹਾਵਾਕ ਅਨੁਸਾਰ ਆਪਣੇ ਬਾਬਿਆਂ ਦੇ ਇਤਿਹਾਸ ਨੂੰ ਵਾਚਣ ਵਾਸਤੇ ਇਸ ਗੁਰਮਤਿ ਦਾਸ ਦੇ ਵਿੱਚ ਇਕੱਤਰ ਹੋਏ ਆ। ਜਿਵੇਂ ਕਿ ਆਪਾਂ ਕੱਲ ਸਾਂਝ ਪਾਈ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ 6ਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ 25 ਤਰੀਕ ਨੂੰ ਇਸ ਵਾਰ ਆ ਰਿਹਾ ਹੈਗਾ, 25 ਜੂਨ ਨੂੰ। ਤੇ ਸਾਡੀ ਸੰਸਥਾ ਵੱਲੋਂ ਕੋਈ ਵੀ ਗੁਰਪੁਰਬ ਆਵੇ ਉਸ ਗੁਰਪੁਰਬ ਦੇ ਸੰਬੰਧ ਦੇ ਵਿੱਚ ਅਸੀਂ ਆਨਲਾਈਨ ਇੱਕ ਗੁਰਮਤਿ ਟੈਸਟ ਲੈਂਦੇ ਹੁੰਦੇ ਆ। ਪਾਓ ਗੁਰ ਇਤਿਹਾਸ ਦੇ ਨਾਲ ਜੁੜ ਕੇ ਤੇ ਅਸੀਂ ਗੁਰਪੁਰਬ ਮਨਾਉਂਦੇ ਆ। ਸੋ ਆਪ ਸੰਗਤਾਂ ਦੀ ਮੰਗ ਦੇ ਆਧਾਰ ਤੇ ਅਸੀਂ ਇਹ ਸੋਚਿਆ ਕਿ ਕਿਉਂ ਨਾ ਜਿਹੜਾ ਇਹ ਕਲਾਸ ਨੂੰ ਇਸੇ ਤਰ੍ਹਾਂ ਅੱਗੇ ਵਧਾਇਆ ਜਾਏ। ਜਦੋਂ ਅਸੀਂ ਕਲਾਸ ਦੇ ਵਿੱਚ ਬਤੌਰ ਸਿਲੇਬਸ ਤਿਆਰੀ ਕਰਦੇ ਹਾਂ ਤੇ ਬਹੁਤ ਸਾਰੀਆਂ ਗੱਲਾਂ ਨੇ ਜਿਨ੍ਹਾਂ ਵੱਲ ਸਾਡਾ ਧਿਆਨ ਜਾਂਦਾ ਹੈਗਾ ਤੇ ਉਹਨਾਂ ਤੋਂ ਸਾਨੂੰ ਸਿੱਖਿਆ ਪ੍ਰਾਪਤ ਹੁੰਦੀ ਹੈ। ਸੋ ਇਸ PDF ਵੀ ਆਪ ਜੀ ਨੂੰ ਜਾਰੀ ਕਰ ਦਿੱਤਾ ਗਿਆ ਤੇ 25 ਤਰੀਕ ਦੇ ਐਗਜ਼ਾਮ ਦੀ ਆਓ ਆਪਾਂ ਨਾਲ ਮਿਲ ਕੇ ਤਿਆਰੀ ਕਰਦੇ ਹਾਂ। ਬੇਨਤੀ ਇਹ ਹੈ ਕਿ ਕੱਲ ਜੋ PDF ਪਾਇਆ ਸੀ ਨਾ ਸਿੱਖ ਮਿਸ਼ਨਰੀ ਕਾਲਜ ਵਾਲਾ, ਉਹਦੇ ਵਿੱਚ ਵਿਚਕਾਰ ਕਿਸੇ ਥਾਂ ਤੇ ਮਿਸ ਪ੍ਰਿੰਟਿੰਗ ਹੈ, ਪੇਪਰ ਖਾਲੀ ਨੇ। ਜੋ ਮੈਨੂੰ ਆਨਲਾਈਨ ਨੈਟ ਤੋਂ ਮਿਲਿਆ ਉਹ ਮੈਂ ਪਾ ਦਿੱਤਾ ਸੀਗਾ। ਜਦੋਂ ਮੈਂ ਉਹਨੂੰ ਪੜ੍ਹਿਆ ਵੇਖਿਆ ਤੇ ਫਿਰ ਉਹਦੇ ਵਿੱਚ ਕਈ ਜਿਹੜਾ ਪੇਪਰ ਨੇ ਉਹ ਖਾਲੀ ਨੇ ਔਰ ਇੱਕ ਦੋ ਸੰਗਤਾਂ ਦਾ ਵੀ ਮੈਨੂੰ ਆਇਆ ਸੀਗਾ ਕਿ ਮਿਸ ਪ੍ਰਿੰਟਿੰਗ ਹੈਗੀ ਹੈ। ਫਿਰ ਇਹ ਸੋਚਿਆ ਗਿਆ ਕਿ ਚਲੋ ਪ੍ਰੋਫੈਸਰ ਸਾਹਿਬ ਸਿੰਘ ਜੀ ਵਾਲਾ, ਕਿਉਂਕਿ ਦਿਨ ਵੀ ਥੋੜੇ ਨੇ, ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਜੋ ਜੀਵਨ ਵਰਤਾਂਤ ਹੈ ਗੁਰੂ ਹਰਗੋਬਿੰਦ ਸਾਹਿਬ ਦਾ ਲਿਖਿਆ ਹੋਇਆ ਉਹ ਛੋਟਾ ਵੀ ਹੈ, ਛੇਤੀ ਕਵਰ ਹੋ ਸਕਦਾ ਹੈ। ਤੇ ਉਹ ਫਿਰ ਮੈਂ ਅੱਜ ਭੇਜ ਦਿੱਤਾ ਹੈ ਤੁਹਾਨੂੰ ਸਾਰੇ ਗਰੁੱਪਾਂ 'ਚ। ਤੇ ਕਈ ਵਾਰ ਕੋਈ ਗਰੁੱਪ ਤੋਂ ਬਾਹਰ ਵੀ ਹੁੰਦਾ ਹੈ ਤੇ ਉਹਨਾਂ ਨੂੰ ਭੇਜ ਦੇਣਾ, ਤੁਹਾਡੇ ਸਾਰਿਆਂ ਕੋਲ ਆ ਚੁੱਕਿਆ ਹੈਗਾ। ਸੋ ਆਪਾਂ ਹੁਣ ਪ੍ਰੋਫੈਸਰ ਸਾਹਿਬ ਸਿੰਘ ਜੀ ਦਾ ਜਿਹੜਾ ਜੀਵਨ ਵਰਤਾਂਤ ਲਿਖਿਆ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਉਹਦੇ ਮੁਤਾਬਕ ਤਿਆਰੀ ਕਰਦੇ ਹਾਂ। ਠੀਕ ਹੈ ਜੀ। ਤੇ ਕਿਸੇ ਨੇ ਕੋਈ ਗੱਲਬਾਤ ਸ਼ੁਰੂਆਤ ਕਰਨੀ ਹੈ ਤਾਂ ਦੱਸੋ, ਫਿਰ ਨਹੀਂ ਮੈਂ ਸ਼ੁਰੂ ਕਰ ਦਾਂ। ਗੁਰੂ ਸਵਾਰਿਓ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਨੂੰ ਜਦੋਂ ਅਸੀਂ ਵੇਖਦੇ ਹਾਂ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੀਵਨ ਸਿੱਖ ਇਤਿਹਾਸ ਦੇ ਵਿੱਚ 1595 ਤੋਂ ਆਰੰਭ ਹੁੰਦਾ ਹੈ ਤੇ 1644 ਤੱਕ ਮੇਰੇ ਮਾਲਕ ਇਸ ਧਰਤੀ ਤੇ ਰਹਿੰਦੇ ਨੇ। ਇਹ ਸਮਾਂ 49 ਸਾਲ ਦਾ ਤਕਰੀਬਨ ਬਣਦਾ ਹੈਗਾ। ਇਸ ਸਮੇਂ ਦੇ ਦੌਰਾਨ ਕਮਾਲ ਦੇ ਕਾਰਜ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ ਕੀਤੇ ਨੇ। ਸਤਿਗੁਰੂ ਜੀ ਦਾ ਇਤਿਹਾਸ ਜੋ ਆਰੰਭ ਹੁੰਦਾ ਹੈ, ਜਿੱਥੇ ਜਨਮ ਸਥਾਨ ਦੀ ਜੇ ਗੱਲ ਕਰੀਏ ਤਾਂ ਅੰਮ੍ਰਿਤਸਰ ਤੋਂ ਲਹਿੰਦੇ ਪਾਸੇ 6 ਕੁ ਮੀਲਾਂ ਦੀ ਵਿੱਥ ਤੇ ਵੱਡਾ ਇੱਕ ਨਿੱਕਾ ਜਿਹਾ ਪਿੰਡ ਹੈ। ਇਸ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਤੋਂ ਬਾਅਦ ਗੁਰੂ ਕੀ ਵਡਾਲੀ ਕਿਹਾ ਗਿਆ। ਇਹਦਾ ਨਾਮ ਵਡਾਲੀ ਸੀਗਾ। ਗੁਰੂ ਪਾਤਸ਼ਾਹ ਜੀ ਦੇ ਜਨਮ ਤੋਂ ਬਾਅਦ ਇਹਦਾ ਨਾਮ ਗੁਰੂ ਕੀ ਵਡਾਲੀ ਪਿਆ ਹੈ। ਇਸ ਸਥਾਨ ਤੇ ਹੀ ਪਾਤਸ਼ਾਹ ਦਾ ਜਨਮ ਹੋਇਆ। ਜਦੋਂ ਗੁਰੂ ਅਰਜਨ ਦੇਵ ਜੀ ਹਰਮੰਦਰ ਸਾਹਿਬ ਦੀ ਇਮਾਰਤ ਮੁਕੰਮਲ ਕਰਾ ਚੁੱਕੇ ਤਾਂ ਮਾਝੇ ਦੇ ਪਿੰਡ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਨ ਲਈ ਉਹਨਾਂ 10-11 ਸਾਲ ਦਾ ਇੱਕ ਲੰਮਾ ਚੱਕਰ ਲਾਇਆ, ਜਿਹਨੂੰ ਅਸੀਂ ਪ੍ਰਚਾਰ ਦੌਰੇ ਕਹਿੰਦੇ ਹਾਂ। ਸਨ 1590 ਤੋਂ ਲੈ ਕੇ 1601 ਦੇ ਸ਼ੁਰੂ ਤੱਕ ਇਹ ਪ੍ਰਚਾਰ ਦੌਰੇ ਰਹੇ। ਪਹਿਲਾਂ ਅੰਮ੍ਰਿਤਸਰ ਤੋਂ ਦੱਖਣ ਪਾਸੇ ਦੇ ਪਿੰਡ ਵਿੱਚ ਦਰਿਆ ਬਿਆਸਾ ਦੇ ਕੰਢੇ ਗੋਬਿੰਦਵਾਲ ਤੱਕ ਗਏ ਸਨ।
ਫਿਰ ਚੜ੍ਹਦੇ ਪਾਸੇ ਵੱਲ ਬਿਆਸ ਤੋਂ ਪਾਰ ਲੰਘ ਕੇ ਦੁਆਬੇ ਵਿੱਚ ਵੀ ਗਏ ਤੇ ਕਰਤਾਰਪੁਰ ਵਸਾਇਆ। ਦੁਆਬੇ ਤੋਂ ਮੁੜ ਕੇ ਥੋੜਾ ਕੁ ਸਮਾਂ ਅੰਮ੍ਰਿਤਸਰ ਠਹਿਰ ਕੇ ਸਤਿਗੁਰੂ ਜੀ ਲਹਿੰਦੇ ਵੱਲ ਤੁਰ ਪਏ। ਇਹ ਸਨ 1554 ਦਾ ਜ਼ਿਕਰ ਹੈ, 94 ਦਾ ਜ਼ਿਕਰ ਹੈ। ਕੁਝ ਚਿਰ ਨਹੀਂ, ਪੱਕਾ ਟਿਕਾਣਾ ਪਿੰਡ ਵਡਾਲੀ ਰੱਖਿਓ ਨੇ। ਵਡਾਲੀ 19 ਦਿਨੀ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਹੋਇਆ ਹੈ। ਇਹ ਜਿਹੜਾ ਇਤਿਹਾਸ ਅਸੀਂ ਦੇਖਿਆ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਤਾ ਗੁਰੂ ਅਰਜਨ ਸਾਹਿਬ ਜੀ ਦਾ ਹੈਗਾ। ਔਰ ਇਸ ਦੌਰਾਨ ਗੁਰੂ ਸਾਹਿਬ ਜੀ ਸਿੱਖਾਂ ਦੀ ਸੇਵਾ ਵਾਸਤੇ ਜਿਹੜਾ ਉਹ ਥਾਂ ਥਾਂ ਜਾਂਦੇ ਰਹੇ। ਜਨਮ ਤਰੀਕ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ 21 ਹਾੜ ਸੰਮਤ 1652 ਨੂੰ ਸੀ। ਚੰਦਰਮਾ ਦੇ ਹਿਸਾਬ ਨਾਲ ਉਸ ਦਿਨ ਹਾੜਵਦੀ 1 ਸੀ, ਭਾਵ ਜੇਠ ਦੀ ਪੂਰਨਮਾਸੀ ਤੋਂ ਅਗਲਾ ਦਿਨ। ਤੇ ਜੇ ਈਸਵੀ ਦੇ ਹਿਸਾਬ ਨਾਲ ਦੇਖਿਆ ਜਾਏ ਤਾਂ 1595 ਜੂਨ ਦੀ 19 ਤਰੀਕ ਤੇ ਵੀਰਵਾਰ ਦਾ ਦਿਹਾੜਾ ਹੈ, ਜੋ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਲਿਖਿਆ ਹੈ। 1595 ਦੇ ਨਾਲ ਸਾਰੇ ਹੀ ਇਤਿਹਾਸਕਾਰ ਜਿਹੜਾ ਹੈ ਉਹ ਸਹਿਮਤ ਨੇ। ਬਾਲ ਉਮਰ ਗੁਰੂ ਅਰਜਨ ਦੇਵ ਜੀ ਦੇ ਜੀਵਨ ਵਿੱਚ ਅਸੀਂ ਵੇਖ ਆਏ ਹਾਂ ਕਿ 1595 ਦੇ ਨੇੜੇ ਕੁ ਮਾਝੇ ਵਿੱਚ ਬੜੀ ਸਖਤ ਓੜ ਦੇ ਅਤੇ ਭਿਆਨਕ ਕਾਲ ਪੈ ਗਿਆ। ਸਤਿਗੁਰੂ ਜੀ ਕਾਲ ਪੀੜਤਾ ਦੀ ਸਹਾਇਤਾ ਵਾਸਤੇ ਪਿੰਡ ਪਹੁੰਚੇ ਸਨ। ਪਰਿਵਾਰ ਵੀ ਨਾਲ ਹੀ ਸੀ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਬਾਲ ਉਮਰ ਦੇ ਪਹਿਲੇ 2 ਸਾਲਾਂ ਦਾ ਬਹੁਤ ਹਿੱਸਾ ਅੰਮ੍ਰਿਤਸਰ ਤੋਂ ਲਹਿੰਦੇ ਪਾਸੇ ਦੇ ਪਿੰਡਾਂ ਵਿੱਚ ਹੀ ਲੰਘਿਆ ਸੀ। ਕਦੇ ਕਦਾਈ ਗੁਰੂ ਅਰਜਨ ਸਾਹਿਬ ਵਡਾਲੀ ਆ ਜਾਂਦੇ ਸਨ। ਅਸੀਂ ਇਹ ਵੀ ਪੜ੍ਹ ਆਏ ਹਾਂ ਕਿ ਬੀਰਬਲ ਅਤੇ ਹੋਰ ਸਰਕਾਰੀ ਕਰਮਚਾਰੀਆਂ ਦੀ ਸਹਿ ਦੇ ਕਾਰਨ ਬਾਬਾ ਪ੍ਰਿਥੀ ਚੰਦ ਜੀ ਦੀ ਵਿਰੋਧਤਾ ਸਾਧਾਰਨ ਹੱਦਾਂ ਟੱਪ ਕੇ ਨਿਰਦਈ ਵੈਰ ਤੱਕ ਅੱਪੜ ਚੁੱਕੀ ਸੀ। ਸਿੱਖ ਇਤਿਹਾਸ ਲਿਖਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿੰਦ ਉੱਤੇ 2 ਵਾਰੀ ਖੂਨੀ ਵਾਰ ਕੀਤੇ ਗਏ। ਪਹਿਲਾਂ ਇੱਕ ਦਾਈ ਨੂੰ ਅੰਮ੍ਰਿਤਸਰੋਂ ਭੇਜਿਆ ਗਿਆ ਜੋ ਥਣਾ ਨੂੰ ਜ਼ਹਿਰ ਲਾ ਕੇ ਆਈ। ਫਿਰ ਇੱਕ ਸਮਾਧੇ ਨੂੰ ਘੱਲਿਆ ਗਿਆ ਜਿਸ ਨੇ ਬਾਲ ਹਰਗੋਬਿੰਦ ਸਾਹਿਬ ਨੂੰ ਸੱਪ ਲੜਾਉਣ ਦੀ ਕੋਸ਼ਿਸ਼ ਕੀਤੀ ਸੀ, ਪਰ ਪਰਮਾਤਮਾ ਦੀ ਕਿਰਪਾ ਨਾਲ ਦੋਵੇਂ ਵਾਰ ਖਾਲੀ ਗਏ। ਸਮਾਧਾ ਕਹਿੰਦੇ ਨੇ ਸਪੇਰੇ ਨੂੰ। ਸੋ ਇਹ 2 ਬੜੇ ਭਿਆਨਕ ਵਾਰ ਕੀਤੇ ਗਏ। ਇੱਥੇ ਰੁਕ ਕੇ ਮੈਂ ਬੇਨਤੀ ਕਰਾਂ ਕਿ ਇਹੀ ਕਾਰਨ ਸੀ ਕਿ ਮਾਤਾ ਗੰਗਾ ਜੀ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਅੰਮ੍ਰਿਤਸਰ ਤੋਂ ਇਹਨਾਂ ਦਿਨਾਂ ਵਿੱਚ, ਅੱਜ ਦੀ ਭਾਸ਼ਾ ਵਿੱਚ ਕਹਿ ਸਕਦੇ ਹਾਂ ਕਿ ਗੁਰੂ ਕੀ ਵਡਾਲੀ ਸ਼ਿਫਟ ਕੀਤਾ ਸੀਗਾ, ਕਿਉਂਕਿ ਮਾਤਾ ਕਰਮ ਉਹ ਕੋਝੀਆਂ ਚਾਲਾਂ ਤੇ ਉਤਰ ਆਈ ਸੀਗੀ। ਪ੍ਰਿਥੀ ਚੰਦ ਬਹੁਤ ਕੋਝੀਆਂ ਚਾਲਾਂ ਜਿਹੜਾ ਹੈ ਉਹ ਚੱਲ ਰਿਹਾ ਸੀਗਾ। ਇਸੇ ਕਾਰਨ ਗੁਰੂ ਪਾਤਸ਼ਾਹ ਗੁਰੂ ਕੇ ਮਹਿਲ ਅੰਮ੍ਰਿਤਸਰ ਛੱਡ ਕੇ, ਜੋ ਗੁਰੂ ਰਾਮਦਾਸ ਜੀ ਦਾ ਘਰ ਹੁੰਦਾ ਸੀਗਾ, ਉਸ ਨਿਵਾਸ ਸਥਾਨ ਨੂੰ ਛੱਡ ਕੇ ਆਪਣੇ ਪਰਿਵਾਰ ਸਮੇਤ ਗੁਰੂ ਕੀ ਵਡਾਲੀ ਵਿਖੇ ਪਹੁੰਚੇ ਸਨ। ਸੋ ਗੁਰੂ ਸਵਾਰਿਓ, ਇਹ ਇਸ ਤਰ੍ਹਾਂ ਵਾਰ ਪ੍ਰਿਥੀ ਚੰਦ ਨੇ ਜਿਹੜਾ ਹੈ ਉਹ ਕੀਤੇ ਬਚਪਨ ਵਿੱਚ। 1594 ਦੇ ਗਏ ਸਨ ਤੇ 1597 ਵਿੱਚ ਗੁਰੂ ਅਰਜਨ ਸਾਹਿਬ ਪਰਿਵਾਰ ਸਮੇਤ ਅੰਮ੍ਰਿਤਸਰ ਵਾਪਸ ਆਏ। ਗੁਰੂ ਹਰਗੋਬਿੰਦ ਸਾਹਿਬ ਤਦੋਂ 2 ਕੁ ਸਾਲਾਂ ਦੇ ਹੋ ਗਏ ਸਨ, ਪਰ ਪਿੰਡ ਵਿੱਚ ਕਾਲ ਤੇ ਬਿਮਾਰੀਆਂ ਦਾ ਜ਼ੋਰ ਹੋਣ ਦੇ ਕਾਰਨ ਸਤਿਗੁਰੂ ਜੀ ਬਹੁਤ ਚਿਰ ਅੰਮ੍ਰਿਤਸਰ ਠਹਿਰ ਨਾ ਸਕੇ। ਬਾਬਾ ਪ੍ਰਿਥੀ ਚੰਦ ਵੀ ਅੰਮ੍ਰਿਤਸਰ ਹੀ ਰਹਿੰਦੇ ਸਨ। ਸਿੱਖ ਇਤਿਹਾਸ ਦੱਸਦਾ ਹੈ ਕਿ ਉਹਨਾਂ ਗੁਰੂ ਹਰਗੋਬਿੰਦ ਸਾਹਿਬ ਉੱਤੇ 3ਜਾ ਖੂਨੀ ਵਾਰ ਫਿਰ ਕੀਤਾ। ਇਹ ਅੰਮ੍ਰਿਤਸਰ ਹੋਇਆ। 2 ਵਾਰ ਗੁਰੂ ਕੀ ਵਡਾਲੀ ਹੋਏ, 3ਜਾ ਅੰਮ੍ਰਿਤਸਰ ਹੋਇਆ। ਆਮ ਕਰਕੇ ਸਾਡੇ ਬੱਚਿਆਂ ਨੂੰ ਜਾਂ ਸਾਨੂੰ ਸਾਰਿਆਂ ਨੂੰ ਇੱਕੋ ਹੀ ਭੁਲੇਖਾ ਪੈਂਦਾ ਕਿ 3 ਵਾਰ ਇਕੱਠੇ ਹੀ ਹੋਏ ਨੇ ਔਰ ਗੁਰੂ ਕੀ ਵਡਾਲੀ ਹੋਈ। ਠੀਕ ਹੈ, ਇਹ ਨੋਟ ਕਰ ਲੈਣ। ਸੋ 3ਜਾ ਵਾਰ ਅੰਮ੍ਰਿਤਸਰ ਹੁੰਦਾ ਹੈ। ਕਿ ਸਿੱਖ ਇਤਿਹਾਸ ਦੱਸਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਉੱਤੇ 3ਜਾ ਖੂਨੀ ਵਾਰ ਫਿਰ ਕਰਵਾਇਆ ਗਿਆ। ਖਿਡਾਵੇ ਨੂੰ ਭਰਮਾ ਕੇ ਜ਼ਹਿਰ ਦਿਵਾਉਣ ਦੀ ਕੋਸ਼ਿਸ਼ ਕੀਤੀ ਗਈ। ਖਿਡਾਵੇ ਨੇ ਜ਼ਹਿਰ ਦਹੀਂ ਵਿੱਚ ਰੁਲਾਇਆ, ਪਰ ਗੁਰੂ ਹਰਗੋਬਿੰਦ ਸਾਹਿਬ ਨੇ ਪੀਣ ਤੋਂ ਉਹ ਦਹੀਂ ਨਾ ਕਰ ਦਿੱਤੀ। ਦੁਸ਼ਟ ਨੇ ਬਦੋਬਦੀ ਪਿਲਾਣਾ ਚਾਹਿਆ ਤਾਂ ਉਹਨਾਂ ਬਾਲਾਂ ਵਾਂਗ ਚੀਕ ਚਹਾੜਾ ਪਾ ਦਿੱਤਾ, ਕਿਉਂਕਿ ਬੱਚੇ ਨੂੰ ਤੁਸੀਂ ਜ਼ਬਰਦਸਤੀ ਵੀ ਨਹੀਂ ਖਵਾ ਸਕਦੇ, ਬੱਚਾ ਮਨਾ ਕਰ ਦਿੰਦਾ ਹੈ।
ਸੋ ਆਪਣੀ ਅਤ ਨੀਚ ਕਰਤੂਤ ਤੇ ਉਸ ਨੂੰ ਇਤਨਾ ਹੋਲ ਪਿਆ ਕਿ ਸੂਲ ਪੈ ਗਿਓ ਤੇ ਸੂਲ ਨਾਲ ਹੀ ਤੜਫ ਕੇ ਮਰ ਗਿਆ। ਸੂਲ ਕਹਿੰਦੇ ਨੇ ਢਿੱਡ ਪੀੜ ਨੂੰ। ਬਾਲ ਜਿੰਦਾ ਉੱਤੇ ਖੂਨੀ ਵਾਰ ਕਰਨਾ, ਮਨੁੱਖਤਾ ਦੀ ਚਾਦਰ ਉੱਤੇ ਇਹ ਮੰਦੇ ਤੋਂ ਮੰਦਾ ਅਤੇ ਅਤ ਕਾਲਾ ਦਾਗ ਮੰਨਿਆ ਗਿਆ ਹੈ। ਗੁਰੂ ਅਰਜਨ ਦੇਵ ਜੀ ਨੇ ਵੀ ਉਸ ਉੱਚ ਜਾਤੀਏ ਦੀ ਅਤ ਨੀਵੀਂ ਕਰਤੂਤ ਦਾ ਜ਼ਿਕਰ ਇੱਕ ਸ਼ਬਦ ਵਿੱਚ ਕੀਤਾ ਹੈਗਾ। ਉਹ ਸ਼ਬਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਜ ਹੈ ਅਤੇ ਮਾਸੂਮ ਬਾਲਾਂ ਦੀ ਜਿੰਦ ਉੱਤੇ ਵਾਰ ਕਰਨ ਦੀ ਪਰਮਰਤਾ ਵੱਲ ਵਿਜਿਤ ਰੋਕਿਆ ਗਿਆ ਹੈ। ਉਹ ਤੁਸੀਂ ਉਸ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਦੇ ਵਿੱਚ ਪੜ੍ਹਿਆ ਹੀ ਹੈਗਾ। ਲੇਪ ਨਾ ਲਾਗੋ ਤਿਲਕਾ ਮੂਲ, ਹੈ ਨਾ, ਮੂਰਖ ਬ੍ਰਾਹਮਣ ਮੋਇਆ ਹੋਏ ਕੈ ਸੂਲ। ਸੋ ਕਾਲ ਤੇ ਬਿਮਾਰੀਆਂ ਦੀਆਂ ਭਿਆਨਕ ਸੋਹਾਂ ਦੇ ਕਾਰਨ ਗੁਰੂ ਅਰਜਨ ਸਾਹਿਬ ਪਰਿਵਾਰ ਸਮੇਤ ਅੰਮ੍ਰਿਤਸਰ ਤੋਂ ਫਿਰ ਲਹਿੰਦੇ ਪਾਸੇ ਮਾਝੇ ਦੇ ਪਿੰਡਾਂ ਵੱਲ ਚੱਲ ਪਏ। ਲਾਹੌਰ ਦੀ ਹਾਲਤ ਬਹੁਤ ਹੀ ਭੈੜੀ ਸੁਣਾਈ ਜਾ ਰਹੀ ਸੀ। ਭੁੱਖ ਦੇ ਨਾਲ ਮੌਸਮੀ ਤਾਪ ਦੇ ਸੀਤਲਾ ਦਾ ਜ਼ੋਰ ਵੀ ਵੱਧ ਰਿਹਾ ਸੀ। ਲਾਹੌਰ ਦੀਆਂ ਗਲੀਆਂ ਬਾਜ਼ਾਰ ਲੋਥਾਂ ਨਾਲ ਭਰੇ ਪਏ ਸਨ। ਉਹਨਾਂ ਦਿਨਾਂ ਵਿੱਚ ਗੁਰੂ ਅਰਜਨ ਸਾਹਿਬ 8 ਮਹੀਨੇ ਲਾਹੌਰ ਰਹੇ। ਇੱਥੋਂ ਚੱਲ ਕੇ ਸਤਿਗੁਰੂ ਜੀ ਦੱਖਣ ਵੱਲ ਰਾਵੀ ਦੇ ਕੰਢੇ ਤੱਕ ਸਭ ਪਿੰਡਾਂ ਵਿੱਚ ਗਏ ਸਨ। ਮਦਰ, ਚੰਬਰ, ਚੂਨੀਆਂ, ਬਹਿੜਵਾਲ, ਉਧਰ ਉੱਗੇ ਕਸਬੇ ਸਨ। ਉਹ ਸਾਰਾ ਚੱਕਰ ਕੱਟ ਕੇ 1598 ਦੇ ਅਖੀਰ ਵਿੱਚ ਗੋਬਿੰਦਵਾਲ ਹੁੰਦੇ ਹੋਏ ਅੰਮ੍ਰਿਤਸਰ ਪੁੱਜੇ। ਇਸ ਤਰ੍ਹਾਂ ਪਿਤਾ ਗੁਰੂ ਦੇ ਨਾਲ ਨਾਲ ਗੁਰੂ ਹਰਗੋਬਿੰਦ ਸਾਹਿਬ ਨੂੰ ਆਪਣੀ ਬਾਲ ਉਮਰ ਰੋਗ ਗ੍ਰਸੇ ਇਲਾਕਿਆਂ ਵਿੱਚ ਹੀ ਗੁਜ਼ਾਰਨੀ ਪਈ, ਕਿਉਂਕਿ ਪਰਿਵਾਰ ਨੂੰ ਇੱਕ ਥਾਂ ਤੇ ਛੱਡ ਨਹੀਂ ਸੀ ਸਕਦੇ। ਪ੍ਰਿਥੀ ਚੰਦ ਵਾਰ ਕਰ ਰਿਹਾ ਸੀਗਾ ਤੇ 1.5-2 ਸਾਲ ਦੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਾਲ ਰੱਖਿਆ, ਪਰ ਸਿੱਖੀ ਪ੍ਰਚਾਰ ਦੇ ਵਿੱਚ ਕਿਤੇ ਖੜੋਤ ਨਾ ਆਈ। ਲੋਕਾਂ ਦੀ ਮਦਦ ਵਿੱਚ ਕਿਸੇ ਵੀ ਪ੍ਰਕਾਰ ਦੀ No, last. Finish. ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਾਲ ਲੈ ਕੇ ਵੀ ਛੋਟੇ ਬੱਚੇ ਨੂੰ, ਜਦੋਂ ਕਿ ਮਹਾ ਬਿਮਾਰੀਆਂ ਫੈਲਦੀਆਂ ਨੇ ਉਦੋਂ ਹਾਲਾਂਕਿ ਆਪਣੇ ਬੱਚੇ ਨੂੰ ਹਰ ਲੋਕ ਸੰਭਾਲ ਕੇ ਰੱਖਦੇ, ਘਰੋਂ ਬਾਹਰ ਨਹੀਂ। ਅਸੀਂ ਤੇ ਇਹ ਮੰਜ਼ਰ ਦੇਖ ਚੁੱਕੇ ਹਾਂ। ਸ਼ਾਇਦ ਸਾਨੂੰ ਨਾ ਪਤਾ ਹੁੰਦਾ ਕਿ ਮਹਾ ਬਿਮਾਰੀ ਕੀ ਹੁੰਦੀ ਹੈਗੀ ਹੈ। ਕਰੋਨਾ ਦੇ ਹਾਲਾਤ ਵਿੱਚੋਂ ਅਸੀਂ ਨਾ ਗੁਜ਼ਰਦੇ, ਪਿਛਲੇ ਸਾਲ ਵੀ, ਇਸ ਸਾਲ ਵੀ, ਤੇ ਇਹ ਸਾਡੀ ਜਨਰੇਸ਼ਨ ਨੂੰ ਵੀ ਪਤਾ ਲੱਗ ਗਿਆ ਵੀ ਕੀ ਕੁਝ ਹੁੰਦਾ ਹੈਗਾ। ਪਹਿਲਾਂ ਤਾਂ ਸਿਰਫ ਮਹਾ ਬਿਮਾਰੀਆਂ ਨਹੀਂ ਸੀ ਆਉਂਦੀਆਂ, ਕਾਲ ਪੈ ਜਾਂਦਾ ਸੀ, ਅਨਾਜ ਪਾਣੀ ਨਹੀਂ ਸੀ ਹੁੰਦਾ ਹੈਗਾ, ਬਹੁਤ ਬੁਰੇ ਭੁੱਖ ਨਾਲ ਲੋਕ ਮਰਦੇ ਹੁੰਦੇ ਸੀਗੇ। ਔਰ ਗੁਰੂ ਗ੍ਰੰਥ ਸਾਹਿਬ ਜੀ ਨੇ ਨਾ ਇਹ ਗੱਲ ਦਾ ਜ਼ਿਕਰ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੇ ਇਹ ਬਾਖੂਬੀ ਜ਼ਿਕਰ ਕੀਤਾ ਹੈਗਾ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂ। ਇੱਥੇ ਸਭ ਤੋਂ ਵੱਡਾ ਵਿਛੋੜੇ ਦਾ ਦੁੱਖ ਹੈ ਨਾ, ਉੱਥੇ ਭੁੱਖ ਦਾ ਵੀ ਬਹੁਤ ਵੱਡਾ ਦੁੱਖ ਹੈ। ਇਹ ਛੋਟਾ ਦੁੱਖ ਨਹੀਂ। ਮਾਲਕ ਕਰੇ ਕਿ ਕਿਸੇ ਦੀ ਭੁੱਖ ਨਾਲ ਮੌਤ ਨਾ ਹੋਵੇ। ਤੇ ਮੈਂ ਤਾਂ ਬੇਨਤੀ ਕਰਦਾ ਹੁੰਦਾ ਵੀ ਸਾਨੂੰ ਵਿਰਸੇ ਵਿੱਚ ਮਿਲਿਆ ਹੋਇਆ ਇਹ ਖਜ਼ਾਨਾ ਹੈ। ਜਦ ਤੱਕ ਇਸ ਧਰਤੀ ਤੇ ਗੁਰੂ ਕਾ ਖਾਲਸਾ ਰਹੇਗਾ ਉਦੋਂ ਤੱਕ ਮੇਰੇ ਖਿਆਲ ਵਿੱਚ ਕੋਈ ਭੁੱਖਾ ਜਿਹੜਾ ਹੈ ਉਹ ਨਹੀਂ ਮਰੇਗਾ, ਜੇ ਉਹ ਖਾਲਸੇ ਦੀ ਸ਼ਰਨ ਵਿੱਚ ਆ ਜਾਂਦਾ ਹੈਗਾ, ਬਿਨਾਂ ਵਿਤਕਰੇ ਤੋਂ ਖਾਲਸੇ ਦੇ ਸਤਸੰਗ ਵਿੱਚ ਆਉਂਦਾ ਹੈਗਾ ਔਰ ਖਾਲਸੇ ਨੂੰ ਆਪਣਾ ਵੱਡਾ ਭਰਾ ਮੰਨਦਾ ਹੈਗਾ, ਤਾਂ ਇਸ ਧਰਤੀ ਤੇ ਕੋਈ ਭੁੱਖਾ ਨਹੀਂ ਜਿਹੜਾ ਹੈ ਉਹ ਸੌਏਗਾ। ਕਿਉਂਕਿ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਇਹ ਗੱਲ ਹੈ ਕਿ ਗੋਬਿੰਦਵਾਲ ਵਿੱਚ, ਅੰਮ੍ਰਿਤਸਰ ਵਿੱਚ ਕੋਈ ਭੁੱਖਾ ਨਹੀਂ ਸੀ ਸੌਂਦਾ। ਸੋ ਗੁਰੂ ਸਵਾਰਿਓ, ਇਸ ਤਰ੍ਹਾਂ ਗੁਰੂ ਪਾਤਸ਼ਾਹ ਨੇ ਆਪਣੇ ਕਲੇਜੇ ਦੇ ਟੁਕੜੇ ਨੂੰ ਨਾਲ ਲੈ ਕੇ ਸਿੱਖੀ ਦਾ ਪ੍ਰਚਾਰ ਕੀਤਾ। ਅੰਮ੍ਰਿਤਸਰ ਥੋੜਾ ਹੀ ਸਮਾਂ ਰਹਿ ਕੇ ਗੁਰੂ ਅਰਜਨ ਸਾਹਿਬ ਪਹਾੜ ਵਾਲੇ ਪਾਸੇ ਵੱਲ ਦਰਿਆ ਰਾਵੀ ਦੇ ਕੰਢੇ ਤੱਕ ਪਿੰਡਾਂ ਵਿੱਚ ਗਏ ਸਨ। ਸਹਿਸਰਾ, ਰਮਦਾਸ, ਡੇਰਾ ਬਾਬਾ ਨਾਨਕ, ਕਲਾਨੌਰ ਆਦਿ ਤੋਂ ਲੰਘ ਕੇ ਬਾਠ ਗਏ, ਜੋ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੈ। ਉੱਥੇ ਬਾਬਾ ਸ੍ਰੀ ਚੰਦ ਜੀ ਰਹਿੰਦੇ ਸਨ। ਇਹ ਸਾਰਾ ਚੱਕਰ 2 ਕੁ ਸਾਲਾਂ ਦਾ ਸੀ। ਸਨ 1601 ਦੇ ਸ਼ੁਰੂ ਵਿੱਚ ਅੰਮ੍ਰਿਤਸਰ ਵਾਪਸ ਆਏ। ਬਾਲ ਗੁਰੂ ਹਰਗੋਬਿੰਦ ਸਾਹਿਬ ਵੀ ਸਤਿਗੁਰੂ ਜੀ ਦੇ ਨਾਲ ਹੀ ਸਨ। ਉਸ ਵੇਲੇ ਉਹਨਾਂ ਦੀ ਉਮਰ 5.5 ਸਾਲਾਂ ਤੋਂ ਵਧੇਕ ਹੋ ਚੁੱਕੀ ਸੀ।
ਗੁਰੂ ਹਰਗੋਬਿੰਦ ਸਾਹਿਬ ਦੀ। ਇੱਥੇ ਇੱਕ ਗੱਲ ਹੋਰ ਵਿਚਾਰਨਯੋਗ ਹੈ ਕਿ ਗੁਰੂ ਅਰਜਨ ਸਾਹਿਬ ਜੀ ਜਾਂ ਗੁਰੂ ਰਾਮਦਾਸ ਜੀ ਕਿਸੇ ਵੀ ਗੁਰੂ ਪਰਿਵਾਰ ਨੇ ਉਹ ਨਾਤਾ ਨਹੀਂ ਸੀ ਤੋੜਿਆ ਗੁਰੂ ਪਰਿਵਾਰਾਂ ਦੇ ਨਾਲ, ਖਬਰਸਾਰ ਲੈਂਦੇ ਰਹਿੰਦੇ ਸੀ। ਜਿਵੇਂ ਬਾਬਾ ਸ੍ਰੀ ਚੰਦ ਜੀ ਨੂੰ ਮਿਲ ਕੇ ਆਏ ਗੁਰੂ ਪਾਤਸ਼ਾਹ, ਬਾਬਾ ਦਾਤੂ ਜੀ ਦਾਸੂ ਜੀ ਵੀ ਆਉਂਦੇ ਰਹੇ, ਕੋਈ ਉਚੇਚੇ ਸਮਾਗਮ ਹੁੰਦੇ ਸੀ। ਬਾਬਾ ਮੋਹਨ ਜੀ ਬਾਬਾ ਮੋਰੀ ਜੀ ਕੀਰਤਪੁਰ ਸਾਹਿਬ ਤੱਕ ਆਉਂਦੇ ਰਹੇ ਨੇ, ਚੇਤੇ ਰਹੇ। ਤੇ ਜਦੋਂ ਗੁਰੂ ਹਰਿਰਾਏ ਸਾਹਿਬ ਜੀ ਨੇ ਫੈਸਲਾ ਲਿਆ ਨਾ ਰਾਮ ਰਾਏ ਦਾ ਆਉਣ ਦਾ ਦਿੱਲੀ, ਉਦੋਂ ਵਾਕਾਇਦਾ ਮੀਟਿੰਗ ਹੋਈ ਹੈ ਗੁਰੂ ਪਰਿਵਾਰ, ਗੱਲਬਾਤ ਹੋਈ ਹੈਗੀ ਹੈ। ਤੇ ਉਹਨਾਂ ਵਿੱਚੋਂ ਬਾਬਾ ਸੁੰਦਰ ਜੀ, ਬਾਬਾ ਆਨੰਦ ਜੀ, ਇਹਨਾਂ ਸਾਰਿਆਂ ਦੀ ਪੜਪੋਤਰਿਆਂ ਦੀ ਗੁਰੂ ਅਮਰਦਾਸ ਸਲਾਹ ਮਸ਼ਵਰਾ ਲੈ ਕੇ ਫਿਰ ਜਾ ਕੇ ਰਾਮ ਰਾਏ ਨੂੰ ਗੁਰੂ ਪਾਤਸ਼ਾਹ ਨੇ ਭੇਜਿਆ ਸੀਗਾ। ਸੋ ਇਹ ਗੱਲ ਵੱਖਰੀ ਹੈ ਕਿ ਰਾਮ ਰਾਏ ਡੋਲੇ ਅੱਗੇ ਚੱਲ ਕੇ। ਮੇਰੇ ਕਹਿਣ ਤੋਂ ਮੁਰਾਦ ਹੈ ਕਿ ਗੁਰੂ ਸਾਹਿਬ ਜੀ ਨੇ ਆਪਣੇ ਪਰਿਵਾਰਕ ਰਿਸ਼ਤਿਆਂ ਨੂੰ ਜਿਹੜਾ ਹੈ ਉਹ ਖਤਮ ਨਹੀਂ ਸੀ ਕੀਤਾ। ਸਾਰਿਆਂ ਵਿੱਚ ਬੜਾ ਪਿਆਰ ਸੀਗਾ ਔਰ ਇੱਕ ਦੂਜੇ ਦੇ ਪਰਿਵਾਰ ਦੀ ਸੁੱਖ ਸ਼ਾਂਤ ਜਿਹੜਾ ਉਹ ਪੁੱਛਦੇ ਰਹਿੰਦੇ ਸੀਗੇ। ਇਹਨਾਂ ਦਿਨਾਂ ਵਿੱਚ ਹੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਹੜਾ ਹੈ ਉਹ ਸੀਤਲਾ ਨਿਕਲੀ ਹੈ, ਚੇਚਕ ਨਿਕਲੀ ਹੈ। ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਵਿੱਚ ਅਸੀਂ ਵਿਸਥਾਰ ਨਾਲ ਪੜ੍ਹਾਏ ਹਾਂ ਕਿ ਕਾਲ ਦੇ ਨਾਲ ਮਾਝੇ ਦੇ ਲਾਹੌਰ ਸ਼ਹਿਰ ਵਿੱਚ ਮੌਸਮੀ ਤਾਪ ਤੇ ਸੀਤਲਾ ਦਾ ਬਹੁਤ ਭਿਆਨਕ ਜਿਹੜਾ ਹੈ ਉਹ ਦੌਰ ਉਹਨਾਂ ਦਿਨਾਂ ਦੇ ਵਿੱਚ। ਤੇ ਘਰ ਘਰ ਦੇ ਵਿੱਚ ਬਿਮਾਰੀਆਂ ਜੋ ਨੇ ਉਹ ਫੈਲ ਰਹੀਆਂ ਸੀਗੀਆਂ ਬੜੇ ਭਿਆਨਕ ਦੌਰ ਦੇ ਵਿੱਚ। ਔਰ ਇਹ ਬਿਮਾਰੀ ਇਸ ਤਰ੍ਹਾਂ ਦੀ ਹੈ ਸੀਤਲਾ ਦੀ ਕਿ ਜਿਹੜਾ ਬੰਦਾ ਇਹਦੇ ਸੰਪਰਕ ਵਿੱਚ ਆ ਜਾਏ, ਲੋਕਾਂ ਦੇ ਸੰਪਰਕ ਵਿੱਚ ਆ ਜਾਏ, ਬੁਖਾਰ ਉਸ ਨੂੰ ਆ ਜਾਂਦਾ ਹੈਗਾ, ਇਹ ਬਿਮਾਰੀ ਉਸ ਨੂੰ ਫੈਲ ਜਾਂਦੀ ਹੈ। ਸੋ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਸੀਤਲਾ ਨਿਕਲੀ, ਬਹੁਤ ਤੇਜ਼ ਬੁਖਾਰ ਨਿਕਲ ਆ ਗਿਆ, ਦਾਣੇ ਨਿਕਲ ਆਏ ਸਰੀਰ ਤੇ। ਅਕਾਲ ਪੁਰਖ ਦੀ ਅਪਾਰ ਕਿਰਪਾ ਹੋਈ, ਅੰਗ ਜਿਹੜਾ ਹੈ ਉਹ ਗੁਰੂ ਪਾਤਸ਼ਾਹ ਦਾ ਖਰਾਬ ਨਹੀਂ ਹੋਇਆ, ਨਹੀਂ ਤਾਂ ਇਹ ਬਿਮਾਰੀ ਜਿਹੜੀ ਹੈ ਕੋਈ ਨਾ ਕੋਈ ਅੰਗ ਨਕਾਰਾ ਕਰ ਦਿੰਦੀ ਹੈਗੀ ਹੈ। ਤੇ ਗੁਰੂ ਸਾਹਿਬ ਜੀ ਨੇ ਤਾਂ ਉਦੋਂ ਵੀ ਕਿਹਾ ਸੀ, ਜਿਹੜੇ ਲੋਕ ਕੁਝ ਆਏ ਉਹਨਾਂ ਨੇ ਕਿਹਾ ਜੀ ਇਹ ਸੀਤਲਾ ਮਾਤਾ ਹੈਗੀ ਹੈ, ਤੁਸੀਂ ਤਲਾਬ ਦੀ ਮਿੱਟੀ ਲੈ ਕੇ ਆਓ, ਇਹ ਅੰਗ ਨੂੰ ਲਾਓ। ਤੇ ਗੁਰੂ ਅਰਜਨ ਸਾਹਿਬ ਜੀ ਨੇ ਕਿਹਾ ਸੀ ਕਿ ਵੀ ਇਹ ਕੋਈ ਮਾਤਾ ਮੁੱਤਾ ਨਹੀਂ ਹੈ, ਇਹ ਬਿਮਾਰੀ ਹੈ। ਅੱਜ ਕਲੀਅਰ ਹੋ ਚੁੱਕਿਆ ਕਿ ਚਿਕਨ ਫੌਕਸ ਬਿਮਾਰੀ ਹੈ ਔਰ ਇਹਦਾ ਇਲਾਜ ਵੀ ਹੈਗਾ। ਹੁਣ ਤਾਂ ਤਕਰੀਬਨ ਭਾਰਤ ਵਿੱਚੋਂ ਇਹ ਖਤਮ ਹੋ ਚੱਲੀ ਹੈ, ਕਿਤੇ ਕਿਤੇ ਟਾਵੇਂ ਕੋਈ ਕੇਸ ਆਉਂਦੇ ਹੈਗੇ ਆ। ਸੋ ਉਦੋਂ ਵੀ ਗੁਰੂ ਸਾਹਿਬ ਜੀ ਨੇ ਉਸ ਮਾਲਕ ਦਾ ਸ਼ੁਕਰਾਨਾ ਕੀਤਾ ਔਰ ਉਹਨਾਂ ਸ਼ਬਦਾਂ ਦੇ ਨਾਲ ਕਿ ਸੀਤਲਾ ਤੇ ਰੱਖਿਆ ਬਿਹਾਰੀ। ਵਿਦਿਅਕ ਆਦਿਕ ਗੁਣਾਂ ਦੀ ਸਿਖਲਾਈ, ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜੋ ਸਿਖਲਾਈ ਹੁੰਦੀ ਹੈ, ਪੜ੍ਹਾਈ ਲਿਖਾਈ ਹੁੰਦੀ ਹੈਗੀ ਹੈ। ਗੁਰੂ ਅਰਜਨ ਸਾਹਿਬ ਜੀ ਦੇ ਪਾਸ ਉੱਚੀ ਕਰਨੀ ਵਾਲੇ ਉੱਗੇ ਦੋ ਸਿੱਖ ਸਨ, ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਸਾਹਿਬ। ਜਦੋਂ ਸੀਤਲਾ ਤੋਂ ਪੂਰੀ ਅਰੋਗਤਾ ਹੋਈ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ 6 ਸਾਲਾਂ ਦੀ ਹੋ ਚੁੱਕੀ ਸੀ। ਇਹਨਾਂ ਦੀ ਵਿਦਿਆ ਆਦਿਕ ਦਾ ਕੰਮ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਸਾਹਿਬ ਨੂੰ ਸੌਂਪਿਆ। ਭਾਈ ਗੁਰਦਾਸ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਿਖਣ ਤੇ ਕੰਮ ਉੱਤੇ ਲਾਇਆ ਗਿਆ। ਸਿਆਣੇ ਆਖਦੇ ਹਨ ਕਿ ਹੋਣਹਾਰ ਬਾਲ ਨੇ ਲੱਛਣ ਪੰਗੂੜੇ ਤੋਂ ਹੀ ਦਿਖ ਪੈਂਦੇ ਨੇ। ਬਾਬਾ ਬੁੱਢਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਵਿੱਚ ਸ਼ਸਤਰ ਵਿਦਿਆ ਦਾ ਵੱਲ ਬਾਖੂਬੀ ਵੇਖਿਆ। ਮੁਗਲ ਬਾਦਸ਼ਾਹ ਤੇ ਹਾਕਮਾਂ ਦੇ ਕਰਤੱਬਾਂ ਤੋਂ ਵੀ ਸਾਫ਼ ਦਿਸ ਰਿਹਾ ਸੀ ਕਿ ਉਹ ਜਨਤਾ ਦੀ ਜਾਗਰਤ ਨੂੰ ਪਸੰਦ ਨਹੀਂ ਕਰ ਰਹੇ ਸਨ, ਜੋ ਸਤਿਗੁਰੂ ਜੀ ਦੇ ਉਪਦੇਸ਼ ਤੋਂ ਪ੍ਰੇਰਨਾ ਨਾਲ ਦਿਨੋਂ ਦਿਨ ਵੱਧ ਰਹੀ ਸੀ। ਬਾਬਾ ਬੁੱਢਾ ਜੀ ਨੂੰ ਉਹ ਸਮਾਂ ਦੂਰ ਨਹੀਂ ਸੀ ਦਿਸ ਰਿਹਾ। ਦਿਲ ਵਧੇ ਸਿੱਖਾਂ ਨਾਲ ਮੁਗਲ ਹਕੂਮਤ ਦੀ ਟੱਕਰ ਅਵਸ ਹੋਣੀ ਸੀ। ਤਾਂ ਹੀ ਇਹ ਸ਼ਸਤਰ ਵਿਦਿਆ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸ਼ੌਂਕ ਅਤੇ ਨਿਪੁੰਨਤਾ ਵੇਖ ਕੇ ਬਾਬਾ ਜੀ ਕਹਿ ਦਿਆ ਕਰਦੇ ਸਨ ਕਿ ਇਹ ਯੋਧਾ ਮੁਗਲਾਂ ਦੇ ਸਿਰ ਇਉਂ ਭੰਨੇਗਾ ਜਿਵੇਂ ਗੰਡਾ ਮੁੱਕੀ ਮਾਰ ਕੇ ਭੰਨੀਦਾ ਹੈ। ਸੋ ਕਿਉਂਕਿ ਇੱਕ ਉਸਤਾਦ ਹੁੰਦਾ ਹੈ, ਉਸਤਾਦ ਨੇ ਬੱਚੇ ਦੀ ਘਾੜਤ ਨੂੰ ਘੜਿਆ ਹੁੰਦਾ ਹੈਗਾ ਤੇ ਉਸਤਾਦ ਜਾਣਦਾ ਹੈਗਾ ਕਿ ਬੱਚਾ ਕਿਹਨਾਂ ਗੁਣਾਂ ਵਿੱਚ ਨਿਪੁੰਨ ਹੈਗਾ। ਸੋ ਬਾਬਾ ਬੁੱਢਾ ਸਾਹਿਬ ਜੀ ਨੇ ਸ਼ਸਤਰ ਅਤੇ ਸ਼ਾਸਤਰ ਵਿਦਿਆ ਦੋਵੇਂ, ਗੁਰਬਾਣੀ ਦੀ ਸੰਥਿਆ ਵੀ ਤੇ ਸ਼ਸਤਰ ਵਿਦਿਆ ਵੀ, ਉਹ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਦਿੱਤੀ ਹੈਗੀ ਹੈ।
ਅਕਬਰ ਦੇ ਥਾਂ ਜਹਾਂਗੀਰ ਤਖਤ ਉੱਤੇ ਬੈਠਾ। ਝੱਬਦੇ ਹੀ ਉਸਦੇ ਪੁੱਤਰ ਖੁਸਰੋ ਨੇ ਬਗਾਵਤ ਕਰ ਦਿੱਤੀ ਤੇ ਆਗਰੇ ਤੋਂ ਪੰਜਾਬ ਵੱਲ ਆਇਆ। ਜਹਾਂਗੀਰ ਵੀ ਫੌਜ ਲੈ ਕੇ ਪਿੱਛੇ ਪਿੱਛੇ ਖੁਸਰੋ ਚਨਾਬ ਦੇ ਕੰਢੇ ਫੜਿਆ ਗਿਆ। ਉਸਦੇ ਸਾਥੀਆਂ ਸਹਾਇਕਾਂ ਨੂੰ ਜਹਾਂਗੀਰ ਨੇ ਲਾਹੌਰ ਬੜੇ ਬੜੇ ਤਸੀਹੇ ਦੇ ਕੇ ਆਪਣੀਆਂ ਅੱਖਾਂ ਦੇ ਸਾਹਮਣੇ ਮਰਵਾਇਆ। ਇਹ ਸਾਰਾ ਹਾਲ ਵਿਸਥਾਰ ਨਾਲ ਅਸੀਂ ਗੁਰੂ ਅਰਜਨ ਸਾਹਿਬ ਜੀ ਦੇ ਜੀਵਨ ਵਿੱਚ ਪੜ੍ਹ ਆਏ ਹਾਂ। ਸਿੱਖ ਧਰਮ ਦੇ ਵੱਧਦੇ ਰਸੂਖ ਨੂੰ ਨਾ ਸਹਾਰ ਕੇ ਜਾਤ ਅਭਿਮਾਨੀ ਅਤੇ ਕਾਜੀ ਲੋਕ ਗੁਰੂ ਘਰ ਦੇ ਵੈਰੀ ਬਣ ਚੁੱਕੇ ਸਨ। ਕਾਰੀ ਚੋਟ ਮਾਰਨ ਵਾਸਤੇ ਖੁਸਰੋ ਦੀ ਬਗਾਵਤ ਉਹਨਾਂ ਨੂੰ ਚੰਗਾ ਬਹਾਨਾ ਮਿਲਿਆ। ਭਾਵੇਂ ਵਕਤ ਲੰਘ ਚੁੱਕਾ ਸੀ, 3 ਹਫ਼ਤੇ ਹੋ ਚੁੱਕੇ ਸਨ ਕਿ ਖੁਸਰੋ ਦੇ ਹਿਮਾਇਤੀਆਂ ਨੂੰ ਕਰੜੀਆਂ ਸਜ਼ਾਵਾਂ ਦਿੱਤੀਆਂ ਜਾ ਚੁੱਕੀਆਂ ਸਨ, ਫਿਰ ਵੀ ਉਹਨਾਂ ਤੀਰ ਚਲਾ ਹੀ ਦਿੱਤਾ। ਦਰਬਾਰੀਆਂ ਦੀ ਰਾਹੀਂ ਜਹਾਂਗੀਰ ਦੇ ਕੰਨ ਭਰੇ ਕਿ ਗੁਰੂ ਅਰਜਨ ਸਾਹਿਬ ਨੂੰ ਖੁਸਰੋ ਨੂੰ ਅਸੀਸ ਦਿੱਤੀ ਹੈਗੀ ਹੈ। ਜਹਾਂਗੀਰ ਨੇ ਸਤਿਗੁਰੂ ਜੀ ਦੀ ਗ੍ਰਿਫਤਾਰੀ ਦੇ ਹੁਕਮ ਜਾਰੀ ਕਰ ਦਿੱਤੇ ਸਨ। ਸੰਨ 1606 ਦੇ ਮਈ ਦਾ ਅਖੀਰਲਾ ਹਫ਼ਤਾ ਸੀ। ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ, ਬਾਬਾ ਬੁੱਢਾ ਸਾਹਿਬ ਆਦਿ ਮੁਖੀ ਸਿੱਖਾਂ ਨੂੰ ਸੱਦ ਕੇ ਦੇਸ਼ ਦੇ ਉਸ ਵਕਤ ਦੇ ਰਾਜਸੀ ਹਾਲਾਤ ਦੱਸੇ ਅਤੇ ਸਮਝਾਇਆ ਕਿ ਪੈਰਾਂ ਹੇਠ ਲਤਾੜੀ ਦੇ ਲੋਕਾਂ ਵਿੱਚ ਮਨੁੱਖਤਾ ਦਾ ਅਹਿਸਾਸ ਪੈਦਾ ਕਰਨ ਵਾਲੀ ਤਾਲੀਮ ਦਾ ਪ੍ਰਚਾਰ ਕਰਨ ਦਾ ਇਹ ਸਿੱਟਾ ਅਵਸ ਨਿਕਲਣਾ ਹੀ ਹੈ ਜਾਂ ਨਿਕਲਣਾ ਹੀ ਸੀ। ਅਗਾਂਹ ਉਗੜਨ ਵਾਲੇ ਹਾਲਾਤ ਦੀ ਸੰਭਾਵਨਾ ਵੀ ਦੱਸੀ ਅਤੇ ਸ਼ਾਇਦ ਹਕੂਮਤ ਨਾਲ ਸਿੱਧੀ ਟੱਕਰ ਵੀ ਹੋ ਪਏ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸੰਗਤ ਦੇ ਸਾਹਮਣੇ ਭਰੇ ਦੀਵਾਨ ਵਿੱਚ ਗੁਰੂ ਅਰਜਨ ਦੇਵ ਜੀ ਨੇ ਰਿਹਾਈ ਦੀ ਜ਼ਿੰਮੇਵਾਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਸੌਂਪੀ। ਆਦਿ ਬੀੜ ਦਾ ਤਾਂ ਹੁਣ ਪ੍ਰਤੱਖ ਤੌਰ ਤੇ ਹਰਿਮੰਦਰ ਸਾਹਿਬ ਵਿਖੇ ਹਰ ਰੋਜ਼ ਪ੍ਰਕਾਸ਼ ਹੀ ਕੀਤਾ ਜਾਂਦਾ ਸੀ। ਪਹਿਲੇ ਗੁਰਵਿਅਕਤੀਆਂ ਵਾਂਗ ਗੁਰਬਾਣੀ ਦੀ ਸੰਪਰਦਗੀ ਦੀ ਹੁਣ ਲੋੜ ਨਹੀਂ ਸੀ। ਰਿਹਾਈ ਮਿਲਣ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਮਰ 11 ਸਾਲ ਦੀ ਸੀ। ਗੁਰੂ ਅਰਜਨ ਸਾਹਿਬ ਨੂੰ ਲਾਹੌਰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ। ਉਸ ਦਿਨ ਮਈ ਦੀ 30 ਤਰੀਕ ਸੀ 1606 ਨੂੰ। ਸੋ ਯਾਦ ਰਹੇ ਗੁਰੂ ਸਵਾਰਿਓ। ਇਹ ਨੰਬਰ 1, ਗੁਰੂ ਅਰਜਨ ਸਾਹਿਬ ਜੀ ਇਹਨਾਂ ਸਾਰੇ ਹਾਲਾਤਾਂ ਤੋਂ ਜਾਣੂ ਸਨ ਕਿ ਜਦੋਂ ਜਨਤਾ ਆਪਣੇ ਹੱਕਾਂ ਪ੍ਰਤੀ, ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋ ਜਾਏ ਤਾਂ ਫਿਰ ਅਹਿਲਕਾਰ ਜਿਹੜੇ ਨੇ ਉਹ ਇਸ ਤਰ੍ਹਾਂ ਦੇ ਰਸਤੇ ਚੁਣਦੇ ਹੁੰਦੇ ਨੇ। ਜ਼ਬਰ ਦਾ ਮੁਕਾਬਲਾ ਸਬਰ ਨਾਲ ਦੇਣ ਦੀ ਲੋੜ ਸੀ, ਗੁਰੂ ਸਾਹਿਬ ਨੇ ਦਿੱਤਾ। ਪਰ ਨਾਲ ਦੀ ਨਾਲ ਗੁਰੂ ਅਰਜਨ ਸਾਹਿਬ ਮਹਾਰਾਜ ਇਹ ਇਸ਼ਾਰਾ ਵੀ ਕਰ ਗਏ, ਆਉਣ ਵਾਲੇ ਸਮੇਂ ਵਿੱਚ ਬਾਬੇ ਕੀਆਂ ਤੇ ਬਾਬਰ ਕੀਆਂ ਦੀ ਟੱਕਰ ਰਹੇਗੀ। ਤੇ ਗੁਰੂ ਸਾਹਿਬ ਜੀ ਨੇ ਰਿਹਾਈ ਜਿਹੜੀ ਹੈ ਉਹ ਆਪਣੀ ਜਿੰਦੇ ਜੀ ਦਿੱਤੀ। ਲਾਹੌਰ ਜਾਣ ਤੋਂ ਪਹਿਲਾਂ ਦੇ ਕੇ ਗਏ ਪਾਤਸ਼ਾਹ ਕੋ ਰਿਹਾਈ। ਕਈ ਲੋਕ ਕਹਿੰਦੇ ਨੇ ਕਿ ਜਦੋਂ ਪਾਤਸ਼ਾਹ ਦੀ ਸ਼ਹੀਦੀ ਦਾ ਸਮਾਚਾਰ ਮਿਲਿਆ, ਉਧਰੋਂ ਸਿੱਖ ਸੰਗਤਾਂ ਵਾਪਸ ਆਈਆਂ ਲਾਹੌਰ ਤੋਂ, ਜਿਹੜੇ 5 ਸਿੰਘ ਨਾਲ ਗਏ ਸੀ। ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਬੈਠੇ ਤੇ ਉਸ ਵੇਲੇ ਫਿਰ ਗੁਰੂ ਸਾਹਿਬ ਜੀ ਦੀ ਉਮਰ ਤਕਰੀਬਨ 11 ਸਾਲ ਜਿਹੜਾ ਹੈ ਉਹ ਬਣਦੀ ਹੈਗੀ ਹੈ। 1606 ਤੱਕ 11 ਸਾਲ ਦੇ ਸਤਿਗੁਰੂ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੁੰਦੇ ਨੇ ਤੇ ਪਾਤਸ਼ਾਹ ਕੁਝ ਸਿੱਖ ਧਰਮ ਦੇ ਵਿੱਚ ਫਿਰ ਜਿਹੜਾ ਹੈ ਉਹ ਕੁਝ ਹੋਰ ਤਬਦੀਲੀਆਂ ਲੈ ਕੇ ਆਉਂਦੇ ਨੇ, ਔਰ ਉਹ ਤਬਦੀਲੀਆਂ ਆਪਣੇ ਆਪ ਵਿੱਚ ਕ੍ਰਾਂਤੀਕਾਰੀ ਸੀ, ਕਮਾਲ ਦੀਆਂ ਸੀਗੀਆਂ। ਸ਼ਹੀਦੀ ਦਾ ਅਸਰ ਸਿੱਖਾਂ ਨੇ ਅੱਖੀਂ ਵੇਖ ਲਿਆ ਕਿ ਕਾਜ਼ੀ, ਹਾਕਮਾਂ, ਖੱਤਰੀ ਕਰਮਚਾਰੀਆਂ ਤੇ ਜਾਤ ਅਭਿਮਾਨੀ ਬ੍ਰਾਹਮਣਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਤਾਲੀਮ ਚੁੱਭ ਰਹੀ ਸੀ। ਪੈਰਾਂ ਹੇਠ ਲਤਾੜੀਂਦੇ ਬੰਦਿਆਂ ਨੂੰ ਜਗਾਉਣਾ ਹੀ ਇਹਨਾਂ ਲੋਕਾਂ ਵਾਸਤੇ ਅਸਹਿ ਕੰਮ ਸੀ। ਨਿਰਦਈ ਸਵਾਰਥੀ ਲੋਕਾਂ ਨੇ ਗਰੀਬਾਂ ਦੇ ਦਰਦੀ 5ਵੇਂ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ਼ਹੀਦ ਕਰਕੇ ਜਾਗ ਪਈ ਮਨੁੱਖਤਾ ਨੂੰ ਵੰਗਾਰਿਆ। ਮਾਝੇ ਦੀ ਰਗ ਰਗ ਤੜਫ ਉੱਠੀ, ਗੱਭਰੂਆਂ ਦੇ ਡੋਲਿਆਂ ਵਿੱਚ ਲਹੂ ਨੇ ਜੋਸ਼ ਮਾਰਿਆ। ਗੁਰੂ ਨਾਨਕ ਸਾਹਿਬ ਅਤੇ ਉਹਨਾਂ ਦੇ ਜਾਨਸ਼ੀਨ ਗੁਰਵਿਅਕਤੀਆਂ ਦੇ ਜਗਾਏ ਹੋਏ ਬੰਦੇ ਹੁਣ ਮੁੜ ਨਿਰਦਈ, ਸਵਾਰਥੀ ਤੇ ਜ਼ੁਲਮ ਦਾ ਨਿਸ਼ਾਨ ਬਣਨ ਨੂੰ ਤਿਆਰ ਨਹੀਂ ਸਨ। ਅੱਤ ਦਾ ਇਲਾਜ ਕੋ ਸੁੰਨ ਸੀਗਾ। ਸਿੱਖਾਂ ਨੇ
ਪੱਕਾ ਕਰ ਲਿਆ ਸੀ ਕਿ ਟਾਕਰਾ ਹੋ ਕੇ ਹੀ ਰਹੇਗਾ। ਸ਼ਸਤਰਧਾਰੀ ਬਣਨ ਦਾ ਸਮਾਂ ਆ ਗਿਆ। ਸਤਿਗੁਰੂ ਜੀ ਨੇ ਆਪ ਵੀ 2 ਤਲਵਾਰਾਂ ਪਹਿਨ ਲਈਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ। ਰਾਜ ਅਤੇ ਜੋਗ ਇਕੱਠੇ ਕਰ ਦਿੱਤੇ। ਇਹਨੂੰ ਸੌਖੇ ਰੂਪ ਦੇ ਵਿੱਚ ਜੇ ਸਮਝਣਾ ਹੋਵੇ ਤਾਂ ਅਸੀਂ ਬੱਚਿਆਂ ਨੂੰ ਕਹਿੰਦੇ ਆ ਕਿ ਮੀਰੀ ਬਣਿਆ ਹੈ ਅਮੀਰੀ ਤੋਂ, ਅਮੀਰ ਬਾਦਸ਼ਾਹੀ, ਠੀਕ ਹੈ, ਜੋ ਰਾਜਸੀ ਸੱਤਾ। ਔਰ ਪੀਰਾ ਕਹਿੰਦੇ ਨੇ ਭਗਵੇਂ ਨੂੰ, ਫਕੀਰ ਦੇ ਵਸਤਰ, ਫਕੀਰੀ, ਪੀਰੇ ਵਸਤਰ ਜਿਵੇਂ ਆਪਾਂ ਕਹਿੰਦੇ ਨਾ। ਸੋ ਪੀਰੀ ਜਿਹੜੀ ਹੈ ਉਹ ਧਰਮ ਦੀ ਨਿਸ਼ਾਨੀ ਅਤੇ ਅਮੀਰੀ ਉਹ ਰਾਜਸੀ ਸੱਤਾ ਦਾ ਪ੍ਰਤੀਕ ਹੈ। ਕਹਿ ਦਿੰਦੇ ਆ ਕਿ ਸੰਤ ਅਤੇ ਸਿਪਾਹੀ ਦੀ ਗੱਲ ਗੁਰੂ ਪਾਤਸ਼ਾਹ ਜੀ ਨੇ ਤੋੜ ਦਿੱਤੀ। ਰਾਜ ਅਤੇ ਜੋਗ ਨੂੰ ਇਕੱਠਿਆਂ ਜਿਹੜਾ ਹੈ ਉਹ ਤੋੜ ਦਿੱਤਾ। ਸੋ ਵੀਰ ਰਸ ਲਈ ਸਹੀ ਅਗਵਾਈ। ਗੁਰੂ ਹਰਗੋਬਿੰਦ ਸਾਹਿਬ ਜੀ ਭਾਵੇਂ ਅਜੇ 11 ਸਾਲਾਂ ਦੇ ਸਨ, ਪਰ ਉਹਨਾਂ ਚੰਗੀ ਤਰ੍ਹਾਂ ਜਾਂਚ ਲਿਆ ਕਿ ਹਕੂਮਤ ਦੀ ਬਦਲੀ ਹੋਈ ਰਾਜਨੀਤੀ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਤੱਕ ਹੀ ਬਸ ਨਹੀਂ ਰਹੇਗੀ। ਗਰੀਬਾਂ ਵਿੱਚ ਮਨੁੱਖਤਾ ਦਾ ਅਹਿਸਾਸ ਪੈਦਾ ਹੋਣਾ ਕਦੇ ਬਹੁਤਾ ਚਿਰ ਜਰਿਆ ਨਹੀਂ ਜਾ ਸਕਦਾ। ਉਸ ਮਨੁੱਖਤਾ ਨੂੰ ਕੁਚਲੇ ਜਾਣ ਤੋਂ ਬਚਾਉਣ ਲਈ ਉਹਨਾਂ ਦੇ ਅੰਦਰ ਵੀਰ ਰਸ ਪੈਦਾ ਕਰਨਾ ਬਹੁਤ ਜ਼ਰੂਰੀ ਹੈ, ਜੋ ਨਾ ਕਿਸੇ ਨੂੰ ਡਰਾਵੇ ਅਤੇ ਨਾ ਕਿਸੇ ਤੋਂ ਡਰੇ। ਦੂਰ ਦੂਰ ਦੇਸ਼ਾਂ ਤੇ ਪ੍ਰਾਂਤਾਂ ਵਿੱਚ ਵਸਦੇ ਸਿੱਖ ਘਰਾਣਿਆਂ ਪਾਸੋਂ ਦਸਵੰਧ ਦੀ ਮਾਇਆ ਇਕੱਠੀ ਕਰਨੀ ਮਸੰਦ ਮਰਿਆਦਾ ਗੁਰੂ ਅਰਜਨ ਸਾਹਿਬ ਜੀ ਚਲਾ ਚੁੱਕੇ ਸਨ। ਕਿਰਤਕਾਰ ਅਤੇ ਵਪਾਰ ਆਦਿਕ ਸਿੱਖਾਂ ਦਾ ਸਦਾ ਹੀ ਮੁੱਖ ਧਰਮ ਰਿਹਾ ਹੈ। ਦੂਰ ਦੂਰ ਥਾਵਾਂ ਤੇ ਵਪਾਰੀ ਸਿੱਖ ਪਹੁੰਚੇ ਹੋਏ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਸੰਦਾਂ ਨੂੰ ਹਿਦਾਇਤਾਂ ਕਰ ਦਿੱਤੀਆਂ ਕਿ ਵਪਾਰੀ ਸਿੱਖ ਨਗਦ ਭੇਟਾ ਦੇ ਥਾਂ ਸੋਹਣੇ ਵਧੀਆ ਘੋੜੇ ਤੇ ਸ਼ਸਤਰ ਖਰੀਦ ਕੇ ਭੇਜਿਆ ਕਰਨ। ਇਹ ਮਾਇਆ ਦੀ ਬਹੁਤੀ ਲੋੜ ਨਹੀਂ, ਉਹ ਘੋੜੇ ਅਤੇ ਸ਼ਸਤਰ ਲੈ ਕੇ। ਸ੍ਰੀ ਹਰਿਮੰਦਰ ਸਾਹਿਬ ਮੁਕੰਮਲ ਹੋ ਜਾਣ ਕਰਕੇ ਅਤੇ ਕਾਲ ਦੇ ਬਿਮਾਰੀਆਂ ਦਾ ਸਹਿਮ ਮੁੱਕ ਜਾਣ ਕਰਕੇ ਹੁਣ ਨਗਦ ਰੁਪਏ ਦੀ ਉਤਨੀ ਲੋੜ ਨਹੀਂ ਸੀ ਰਹੀ। ਅੰਮ੍ਰਿਤਸਰ ਦੇ ਦੁਆਲੇ ਖੁੱਲੀਆਂ ਜੂਹਾਂ ਦੇ ਜੰਗਲ ਸਨ। ਸ਼ਹਿਰੋਂ ਪਹਾੜ ਪਾਸੇ 4 ਕੁ ਮੀਲਾਂ ਦੀ ਵਿੱਥ ਉੱਤੇ ਸਿਆਲਕੋਟ ਨੂੰ ਜਾਂਦੀ ਸੜਕ ਦੇ ਲਾਗੇ ਇੱਕ ਕਸਬਾ ਗੁਮਟਾਲਾ ਹੈ। ਇਹ ਪੁਰਾਣਾ ਕਸਬਾ ਹੈ। ਲਾਹੌਰ ਤੋਂ ਸ਼ਿਕਾਰ ਖੇਡਣ ਲਈ ਮੁਗਲ ਹਾਕਮ ਗੁਮਟਾਲੇ ਤੱਕ ਆ ਪੜਿਆ ਕਰਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ 52 ਸੂਰਮੇ ਆਪਣੇ ਪਾਸ ਰੱਖੇ, ਜੋ ਸਿੱਖਾਂ ਨੂੰ ਸ਼ਸਤਰ ਵਿਦਿਆ ਸਿਖਾ ਸਕਣ। ਗੁਰੂ ਸਾਹਿਬ ਦੀ ਇਹ ਰੁਚੀ ਵੇਖ ਕੇ ਮਾਝੇ, ਮਾਲਵੇ, ਦੁਆਬੇ ਵਿੱਚ 500 ਦੇ ਕਰੀਬ ਜਵਾਨ ਸਿੱਖ ਗੱਭਰੂ ਸਤਿਗੁਰੂ ਜੀ ਦੇ ਪਾਸ ਆ ਇਕੱਠੇ ਹੋਏ। ਦਸਵੰਧ ਵਜੋਂ ਆਏ ਹੋਏ ਘੋੜੇ ਤੇ ਸ਼ਸਤਰ ਉਹਨਾਂ ਨੂੰ ਦਿੱਤੇ ਗਏ ਅਤੇ ਸ਼ਸਤਰ ਵਿਦਿਆ ਦੀ ਸਿਖਲਾਈ ਸ਼ੁਰੂ ਕਰ ਦਿੱਤੀ ਗਈ। ਸਤਿਗੁਰੂ ਜੀ ਦੀ ਅਗਵਾਈ ਵਿੱਚ ਸਿੱਖ ਗੁਆਂਢ ਦੇ ਜੰਗਲਾਂ ਵਿੱਚ ਸ਼ਿਕਾਰ ਖੇਡਣ ਵੀ ਜਾਣ ਲੱਗ ਪਏ। ਜਾਗੀ ਜਨਤਾ ਦੀ ਹੋਂਦ ਕਾਇਮ ਰੱਖਣ ਲਈ ਤਨਖਾਹ ਤੋਂ ਬਿਨਾਂ ਹੀ ਸਤਿਗੁਰੂ ਜੀ ਦੇ ਕੋਲ ਇਹ ਸਿਰ ਵੇਚ ਫੌਜ ਬਣਨ ਲੱਗ ਪਈ। ਸਿੱਖ ਗੱਭਰੂ ਦੂਰੋਂ ਦੂਰੋਂ ਆ ਕੇ ਮਹੀਨਿਆਂ ਬੱਧੀ ਅੰਮ੍ਰਿਤਸਰ ਟਿਕ ਕੇ ਇੱਥੋਂ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਸਿੱਖ ਲੈਂਦੇ ਸਨ ਅਤੇ ਫਿਰ ਆਪਣੀ ਘਰੀ ਕਿਰਤਕਾਰ ਕਰਦੇ ਸਨ। ਇਹਨਾਂ ਨੇ ਸਮਝ ਲਿਆ ਕਿ ਸਤਿਗੁਰ ਆਗੇ ਸੀਸ ਭੇਟ ਦਿਓ, ਜੇ ਸਤਿਗੁਰ ਸਾਚੇ ਭਾਵੈ। ਇਹਨੂੰ ਸਮਝ ਆ ਚੁੱਕੀ ਸੀ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ ਦੇ ਧਾਰਨ ਬਣ ਚੁੱਕੇ ਸਨ। ਸੋ ਮੁਸਲਮਾਨ ਬਾਦਸ਼ਾਹਾਂ ਦੇ ਆਉਣ ਤੋਂ ਪਹਿਲਾਂ ਭਾਰਤ ਵਿੱਚ ਬ੍ਰਾਹਮਣਾਂ ਦੀ ਚਲਾਈ ਮਰਿਆਦਾ ਅਨੁਸਾਰ ਉੱਚ ਜਾਤੀਏ ਲੋਕਾਂ ਦਾ ਰਾਜ ਸੀ। ਨੀਵੀਆਂ ਜਾਤਾਂ ਵਾਲੇ ਬਹੁਤ ਦੁਖੀ ਸਨ। ਮੁਸਲਮਾਨ ਹਮਲਾਵਰ ਦੇ ਨਾਲ ਨਾਲ ਇਸਲਾਮ ਦੇ ਪ੍ਰਚਾਰਕ ਪੀਰ ਫਕੀਰ ਵਲੀ ਵੀ ਆਏ, ਜਿਨ੍ਹਾਂ ਇਹ ਦੱਸਿਆ ਕਿ ਇਸਲਾਮ ਵਿੱਚ ਸਭ ਮਨੁੱਖਤਾ ਨੂੰ ਬਰਾਬਰੀ ਦਾ ਹੱਕ ਹੈ। ਇਸ ਦੇ ਨਾਲ ਹਕੂਮਤਾਂ ਦਾ ਰਸੂਖ ਵੀ ਰਲਿਆ। ਨਤੀਜਾ ਇਹ ਨਿਕਲਿਆ ਕਿ ਬੜੀ ਭਾਰੀ ਗਿਣਤੀ ਵਿੱਚ ਨੀਵੀਆਂ ਜਾਤਾਂ ਦੇ ਲੋਕ ਮੁਸਲਮਾਨ ਬਣ ਗਏ, ਪਰ ਹਕੂਮਤ ਦੇ ਨਸ਼ੇ ਵਿੱਚ ਆ ਕੇ ਹਾਕਮਾਂ ਨੇ ਬਦਕਾਰੀ ਤੇ ਅਤਿਆਚਾਰ ਲੱਕ ਬੰਨ ਲਿਆ। ਉਹਨਾਂ ਨੇ ਹਿੰਦੂਆਂ ਦੀ ਇੱਜ਼ਤ ਦਾ ਲਿਹਾਜ਼ ਸੀ, ਨਾ ਹਿੰਦੂ ਤੋਂ ਬਣੇ ਮੁਸਲਮਾਨ ਦੀ ਇੱਜ਼ਤ ਦਾ। ਇਸਲਾਮ ਦੀ ਪਹਿਲੀ ਝਲਕ ਮੱਧਮ ਪੈ ਗਈ। ਸਨ 1595 ਤੋਂ 98 ਦੇ ਕਾਲ ਵਿੱਚ ਤਾਂ ਅਨੇਕਾਂ ਮੁਸਲਮਾਨ ਕੁਝ ਈਸਾਈ ਬਣ ਗਏ, ਕੁਝ ਸਿੱਖ ਬਣ ਗਏ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ
ਹਾਕਮਾਂ ਦੇ ਅਤਿਆਚਾਰਾਂ ਦਾ ਟਾਕਰਾ ਕਰਨ ਲਈ ਲੋਕ ਸ਼ਸਤਰਧਾਰੀ ਬਣਨ ਲੱਗੇ ਤਾਂ ਅਨੇਕਾਂ ਮੁਸਲਮਾਨ ਵੀ ਸਤਿਗੁਰੂ ਜੀ ਦੀ ਨਵੀਂ ਬਣ ਰਹੀ ਫੌਜ ਵਿੱਚ ਭਰਤੀ ਹੋਣ ਲੱਗ ਪਏ। ਸੋ ਅਕਾਲ ਤਖਤ ਸਾਹਿਬ ਗੁਰੂ ਨਾਨਕ ਦੇਵ ਜੀ ਦੀ ਤਾਲੀਮ ਦਾ ਇਹ ਇੱਕ ਅਤ ਜ਼ਰੂਰੀ ਅੰਗ ਹੈ ਕਿ ਸਿੱਖ ਹਰ ਰੋਜ਼ ਸਵੇਰੇ ਸ਼ਾਮ ਗੁਰਦੁਆਰੇ ਵਿੱਚ ਹਾਜ਼ਰ ਹੋਵੇ ਤੇ ਸਤਸੰਗ ਵਿੱਚ ਸਾਂਝੀਵਾਲ ਬਣੇ। ਇਸ ਤਰ੍ਹਾਂ ਬੇਮਲੂਮੇ ਜਿਹੇ ਹੀ ਸਿੱਖ ਦਾ ਰੋਜ਼ਾਨਾ ਜੀਵਨ ਗੁਰਮਤ ਦੇ ਸੰਚੇ ਵਿੱਚ ਢਲਣਾ ਸ਼ੁਰੂ ਹੋ ਜਾਂਦਾ ਹੈ। ਜਿੱਥੇ ਕਿਤੇ ਵੀ ਸਿੱਖ ਵਸੇ ਉੱਥੇ ਸਤਸੰਗ ਦੀ ਖਾਤਰ ਗੁਰਦੁਆਰੇ ਬਣਾਏ ਹੋਏ ਸਨ। ਔਰ ਬੜਾ ਸਪਸ਼ਟ ਹੈ, ਜਹਾਂ ਸਤਿਗੁਰੂ ਤਾਂ ਸਤਸੰਗਤ ਬਣਾਈ। ਜਿੱਥੇ ਸਾਡਾ ਸਤਿਗੁਰੂ ਹੈ ਉੱਥੇ ਮੇਰੇ ਮਾਲਕ ਨੇ ਸਤਸੰਗ ਕਾਇਮ ਕੀਤੀ ਹੈ। ਅੰਮ੍ਰਿਤਸਰ ਸਿੱਖਾਂ ਦਾ ਕੇਂਦਰੀ ਸਥਾਨ ਸੀ। ਸ੍ਰੀ ਹਰਿਮੰਦਰ ਸਾਹਿਬ ਵਿੱਚ ਹਰ ਵੇਲੇ ਸਤਸੰਗ ਦਾ ਪ੍ਰਬੰਧ ਸੀ। ਦੂਰੋਂ ਸਿੱਖ ਦਰਸ਼ਨ ਨੂੰ ਆਉਂਦੇ ਸਨ। ਵੀਰ ਰਸ ਪੈਦਾ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹਰਿਮੰਦਰ ਸਾਹਿਬ ਦੇ ਸਾਹਮਣੇ ਇੱਕ ਨਵਾਂ ਗੁਰਦੁਆਰਾ ਤਿਆਰ ਕਰਵਾਇਆ, ਜਿਸ ਦੇ ਦਰਸ਼ਨ ਮਾਤਰ ਨਾਲ ਹੀ ਸਿੱਖ ਦੇ ਹਿਰਦੇ ਵਿੱਚ ਰਾਜਸੀ ਠਾਠ ਦਾ ਪ੍ਰਭਾਵ ਪੈਦਾ ਹੋ ਜਾਏ। ਉਸ ਦਾ ਨਾਂ ਅਕਾਲ ਤਖਤ ਰੱਖਿਆ ਗਿਆ। ਇਹਦਾ ਜ਼ਿਕਰ ਸਨ 1609 ਦਾ ਹੈ। ਸੋ 1609 ਦੇ ਵਿੱਚ ਜਿਹੜਾ ਹੈ ਉਹ ਅਕਾਲ ਤਖਤ ਸਾਹਿਬ ਹੋਂਦ ਵਿੱਚ ਆ ਜਾਂਦਾ ਹੈ। ਤਖਤ ਛਤਰ ਰਾਜ ਆਪ ਦੇ ਸੰਸਾਰਕ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਕੋਈ ਨਵੇਂ ਨਹੀਂ ਚਲਾਏ ਗਏ। ਦੁਨੀਆ ਦੇ ਸਵਾਰਥੀ ਰਾਜਸੀ ਬਾਦਸ਼ਾਹ ਦੇ ਟਾਕਰੇ ਉੱਤੇ ਸਿੱਖ ਆਪਣੇ ਸਤਿਗੁਰਾਂ ਨੂੰ ਸੱਚੇ ਰੱਬੀ ਰਾਜ ਤਖਤ ਛਤਰ ਦਾ ਮਾਲਕ ਸਮਝਦੇ ਅਤੇ ਆਖਦੇ ਆ ਰਹੇ ਸਨ ਕਿ ਸੱਤਾ ਤੇ ਬਲਵੰਡ ਰਬਾਬੀ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਵੇਲੇ ਕੀਰਤਨ ਕਰਦੇ ਸਨ। ਜਦੋਂ ਉਹਨਾਂ ਸਨ 1582 ਵਿੱਚ ਆਪਣੀ ਭੁੱਲ ਦੀ ਮਾਫੀ ਮੰਗਣ ਪਿੱਛੋਂ ਗੁਰੂ ਦੀ ਮਹਿਮਾ ਇੱਕ ਵਾਰ ਵਿੱਚ ਲਿਖੀ ਸੀ, ਉਸ ਵਿੱਚ ਉਹਨਾਂ ਨੇ ਲਫ਼ਜ਼ ਤਖਤ ਛਤਰ ਰਾਜ ਆਦ ਵਰਤ ਕੇ ਸਿੱਖ ਦੇ ਆਪਣੇ ਗੁਰੂ ਪਾਤਸ਼ਾਹ ਬਾਰੇ ਦਿੱਲੀ ਭਾਵ ਸਾਫ਼ ਪ੍ਰਗਟ ਕਰ ਦਿੱਤਾ ਸੀ। ਵੀਰ ਰਸ ਦਾ ਅੰਕੁਰ ਤਾਂ ਤਦੋਂ ਹੀ ਫੁੱਟ ਪਿਆ ਜਦੋਂ ਪੈਰਾਂ ਹੇਠ ਲਿਤਾੜੀਂਦੇ ਬੰਦਿਆਂ ਦੀ ਮਨੁੱਖਤਾ ਨੂੰ ਹੁਲਾਰਾ ਦਿੱਤਾ ਗਿਆ। ਗੁਰੂ ਹਰਗੋਬਿੰਦ ਸਾਹਿਬ ਨੇ ਉਸ ਨੂੰ ਹੋਰ ਉਗਰਾ ਕਰ ਦਿੱਤਾ। ਵਾਰਾਂ ਤੇ ਢਾਡੀ, ਦੂਜਿਆਂ ਦੇ ਘਰ ਲੁੱਟਣੇ ਤੇ ਦੋਸ਼ ਮਲਣੇ, ਮਨੁੱਖਤਾ ਦਾ ਇਹ ਪਸ਼ੂ ਸੁਭਾਅ ਮੁੱਢ ਕਦੀਮਾ ਤੋਂ ਰਿਹਾ ਹੈ। ਅੱਗੋਂ ਆਪਣੇ ਦੇਸ਼ ਦੀ ਇੱਜ਼ਤ ਤੇ ਅਣਖ ਬਚਾਉਣ ਲਈ ਕਈ ਸੂਰਮੇ ਨਿੱਤਰ ਕੇ ਆਏ, ਜੋ ਆਪਣੇ ਸਿਰ ਤਲੀ ਉੱਤੇ ਰੱਖ ਕੇ ਮਰਦਾਂ ਵਾਂਗ ਜ਼ਾਬਰਾਂ ਦਾ ਟਾਕਰਾ ਕਰਦੇ ਸਨ। ਅਜਿਹੇ ਸੂਰਮਿਆਂ ਦੀ ਬਹਾਦਰੀ ਤੇ ਕਰਤੱਵ ਦਿਲ ਖਿੱਚਵੀਂ ਕਵਿਤਾ ਵਿੱਚ ਲਿਖੇ ਜਾਂਦੇ ਸਨ, ਜਿਨ੍ਹਾਂ ਨੂੰ ਵਾਰਾਂ ਆਖਦੇ ਹਨ। ਦੇਸ਼ ਵਾਸੀਆਂ ਦੇ ਦਿਲ ਵਿੱਚ ਦੇਸ਼ ਪਿਆਰ ਤੇ ਤਰੰਗ ਪੈਦਾ ਕਰਨ ਲਈ ਇਹ ਵਾਰਾਂ ਬੰਦਿਆਂ ਦੇ ਵੱਡੇ ਵੱਡੇ ਇਕੱਠਾਂ ਵਿੱਚ ਢੱਡ ਤੇ ਸਾਰੰਗੀ ਸਾਜ਼ ਵਜਾ ਕੇ ਗਾਈਆਂ ਜਾਂਦੀਆਂ ਸਨ। ਢੱਡ ਵਜਾਣ ਕਰਕੇ ਉਹਨਾਂ ਨੂੰ ਢਾਡੀ ਕਿਹਾ ਜਾਂਦਾ ਸੀ। ਢਾਡੀਆਂ ਦੀ ਵਾਰਾਂ ਗਾਉਣ ਦੀ ਰੀਤੀ ਵੀ ਮਨੁੱਖਾ ਇਤਿਹਾਸ ਵਿੱਚ ਬੜੀ ਪੁਰਾਣੀ ਚੱਲੀ ਆ ਰਹੀ ਹੈ। ਅਕਾਲ ਤਖਤ ਦੇ ਸਾਹਮਣੇ ਬੜਾ ਵੱਡਾ ਖੁੱਲਾ ਮੈਦਾਨ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸਰੋਤੇ ਬੈਠਦੇ ਸਨ। ਗੁਰਬਾਣੀ ਦੇ ਕੀਰਤਨ ਤੇ ਦੀਵਾਨ ਤਾਂ ਦੋਵੇਂ ਵੇਲੇ ਹਰਿਮੰਦਰ ਸਾਹਿਬ ਵਿੱਚ ਲੱਗਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਅਨੁਸਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਲੋਡੇ ਪਹਿਰ ਭਾਵ ਦੁਪਹਿਰ ਦੇ ਵੇਲੇ ਇਕੱਠੇ ਹੋਣੇ ਸ਼ੁਰੂ ਹੋ ਗਏ। ਦੁਪਹਿਰ ਢਲਣ ਤੋਂ ਜਦੋਂ 3-4 ਵੱਜਦੇ ਨੇ, ਉਸ ਵੇਲੇ ਜਿੱਥੇ ਢਾਡੀ ਲੋਕ ਜੋਧੀਆਂ ਦੀਆਂ ਵਾਰਾਂ ਗਾਉਂਦੇ ਸਨ। ਇਹ ਨਵਾਂ ਉਦਮ ਸਿੱਖਾਂ ਵਿੱਚ ਵੀਰ ਰਸ ਪੈਦਾ ਕਰਨ ਅਤੇ ਚਮਕਾਉਣ ਲਈ ਕੀਤਾ ਗਿਆ। ਸਿੱਖ ਇਤਿਹਾਸਕਾਰ ਲਿਖਦੇ ਹਨ ਕਿ ਜਿਸ ਢਾਡੀ ਨੇ ਪਹਿਲ ਇਹ ਕੰਮ ਸ਼ੁਰੂ ਕੀਤਾ, ਉਸ ਦਾ ਨਾਮ ਅਬਦੁੱਲਾ ਸੀ, ਜੋ ਗੁਰੂ ਹਰਗੋਬਿੰਦ ਸਾਹਿਬ ਦੇ ਟਾਈਮ ਸੀ। ਠੀਕ ਹੈ, ਅਸੀਂ ਪਿੱਛੇ ਵੇਖ ਆਏ ਹਾਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ, ਗੁਰੂ ਅਮਰਦਾਸ, ਗੁਰੂ ਰਾਮਦਾਸ ਅਤੇ ਗੁਰੂ ਅਰਜਨ ਸਾਹਿਬ ਦੀਆਂ ਵਾਰਾਂ ਵੀ ਹਨ। ਇਹਨਾਂ ਨੂੰ ਗਾਉਣ ਲਈ ਗੁਰੂ ਅਰਜਨ ਸਾਹਿਬ ਜੀ ਨੇ ਉਹੀ ਰੀਤਾਂ ਮੁਕਰਰ ਕੀਤੀਆਂ ਸਨ, ਜਿਨ੍ਹਾਂ ਰੀਤਾਂ ਵੀ ਢਾਡੀ ਲੋਕ ਯੋਧਿਆਂ ਦੀਆਂ ਵਾਰਾਂ ਗਾਇਨ ਕਰਦੇ ਹਨ। ਇਸ ਦਾ ਭਾਵ ਇਹ ਹੀ ਸੀ ਕਿ ਪਰਮਾਤਮਾ ਦੀ ਸਿਫਤ ਸਲਾਹ ਗਾਉਂਦਿਆਂ ਵੀਰ ਰਸ ਹੁਲਾਰੇ ਵਿੱਚ ਆਵੇ। ਇਸੇ ਲਈ ਸਿਲਸਿਲੇ ਵਿੱਚ ਕੁਸ਼ਤੀ ਆਦਿਕ ਮਰਦਾਵੀਆਂ ਖੇਡਾਂ ਵੱਲ ਸਿੱਖਾਂ ਦੀ ਰੁਚੀ ਵਧਣ ਲਈ ਕਈ ਉਚੇਚੇ ਪ੍ਰਬੰਧ ਗੁਰੂ ਸਾਹਿਬ ਜੀ ਨੇ ਹੋਰ ਵੀ ਕੀਤੇ। ਇਹ ਸਾਰਾ ਸਿਲਸਿਲਾ 1609 ਤੋਂ ਜਿਹੜਾ ਹੈ ਉਹ ਆਰੰਭ ਹੁੰਦਾ ਹੈ। ਸੋ ਪ੍ਰੋਫੈਸਰ ਸਾਹਿਬ ਸਿੰਘ ਜੀ ਦੀ ਪੁਸਤਕ ਮੁਤਾਬਕ ਅਸੀਂ 2 ਕਾਂਡ ਜਿਹੜੇ ਨੇ, 2 ਚੈਪਟਰ ਅਸੀਂ ਅੱਜ ਵਿਚਾਰੇ ਹਨ। ਅੱਜ ਦੀ ਇੰਨੀ ਸੇਵਾ ਪ੍ਰਵਾਨ ਕਰ ਲੈਣੀ। ਜਿਹੜੇ ਵੀਰ ਜਿਹੜੀਆਂ ਭੈਣਾਂ ਉਹ ਨਹੀਂ ਜੁੜ ਸਕੇ ਅੱਜ ਦੀ ਕਲਾਸ ਵਿੱਚ, ਉਹਨਾਂ ਨੂੰ ਬੇਨਤੀ ਹੈ ਕਿ ਵੀਡੀਓ ਸੁਣ ਕੇ ਆਪ ਜੀ ਆਪਣੇ ਪੇਪਰ ਦੀ ਤਿਆਰੀ ਕਰ ਸਕਦੇ ਹੋ।
PDF ਆਪ ਜੀ ਨੂੰ ਭੇਜ ਦਿੱਤਾ ਗਿਆ ਹੈ, ਉਸ ਤੋਂ ਆਪ ਜੀ ਨੇ ਪੜ੍ਹ ਲੈਣਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।